सरकार ਵੱਡੇ ਵੱਡੇ फैसले कर रही है कि हुण सरकार तो किसान संतुष्ट नहीं। ਸਰਕਾਰ ਰਵਾਇਤੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਦੇ ਰਾਹਾਂ ਤੇ ਚੱਲਣ ਦਾ ਯਤਨ ਕਰ ਰਹੀ ਹੈ। ਫਿਰ ਇੱਕ ਪਾਸੇ ਤਾਂ ਸਰਕਾਰ ਗ੍ਰਿਫਤਾਰੀਆਂ ਦੇ ਵਾਰੰਟ ਕੱਢਦੀ ਆ ਤੇ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਇਹ ਬਿਆਨ ਆ ਜਾਂਦਾ। ਸਰਕਾਰ ਮਹੀਨਾ ਹੋ ਗਿਆ ਇਹਨਾਂ ਦੀ ਬਣੀ ਨੂੰ ਤੇ ਪੁਰਾਣੀ ਸਰਕਾਰ ਦੇ ਫੈਸਲੇ ਅਫਸਰ ਚੱਕ ਰਹੇ ਨੇ। ਫਿਰ ਇਹ ਕਾਹਦੀ ਸਰਕਾਰ ਆ? ਭੇਦ ਕੀ ਮੰਨਦੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਹੈਗੇ ਤੇ ਤਾਂ ਹੀ ਐਸਕੇਐਮ ਵੱਖ ਹੋ ਗਿਆ ਤੇ ਤੁਹਾਡੀ ਜਿਹੜੀਆਂ ਪੰਜਾਬ ਦੇ ਜਥੇਬੰਦੀਆਂ ਉਹ ਵੱਖ ਹੋ ਗਈਆਂ। ਤੇ ਜਿਹੜਾ ਵਿਵਾਦ ਦੀ ਗੱਲ ਹੈ ਇਹ ਤਾਂ ਹਰ ਪਰਿਵਾਰ 'ਚ ਹੋ ਜਾਂਦਾ। ਇਹ ਵੀ ਇੱਕ ਸਾਡਾ ਪਰਿਵਾਰ ਹੈ। ਐਸਕੇਐਮ ਹੈ ਨਾ ਜਿਹੜਾ, ਇਹ ਸਾਡਾ ਇੱਕ ਪਰਿਵਾਰ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਮਲਸਾ ਟੀਵੀ। ਮੈਂ ਹਾਂ ਕਵਰ ਸਿੰਘ ਬੇਦੀ। ਕਿਸਾਨੀ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ, ਕਿਉਂਕਿ ਸਰਕਾਰ ਵੱਡੇ ਵੱਡੇ ਫੈਸਲੇ ਕਰ ਰਹੀ ਹੈ। ਉਹਨਾਂ ਫੈਸਲਿਆਂ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਆ। ਫੈਸਲੇ ਕੀ ਨੇ? ਕਿਸਾਨਾਂ ਦੇ ਮੀਟਰਾਂ ਨੂੰ ਲੈ ਕੇ ਹੈ ਤੇ ਦੂਸਰਾ ਗ੍ਰਿਫਤਾਰੀਆਂ ਨੂੰ ਲੈ ਕੇ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ਕਰਜ਼ੇ ਚੜੇ ਹੋਏ ਆ ਤੇ ਕਰਜ਼ੇ ਦਿੱਤੇ ਨਹੀਂ ਗਏ, ਇਸ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਕੱਢ ਦਿੱਤੇ ਜਾਂਦੇ ਆ, ਜਿਸ ਦਾ ਕਿਸਾਨ ਵਿਰੋਧ ਕਰਦੇ ਆ। ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ, ਜਿਨ੍ਹਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਸਰਕਾਰ ਤੋਂ ਕੀ ਉਹ ਸੰਤੁਸ਼ਟ ਨੇ। ਬੂਟਾ ਸਿੰਘ ਸ਼ਾਦੀਪੁਰ ਜੀ, ਤੁਹਾਡਾ ਮਲਸਾ ਟੀਵੀ ਤੇ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਸ਼ਾਦੀਪੁਰ ਜੀ, ਸਰਕਾਰ ਬਣ ਗਈ, ਸਰਕਾਰ ਵੱਡੇ ਵੱਡੇ ਫੈਸਲੇ ਕਰ ਰਹੀ ਹੈ, ਕੀ ਹੁਣ ਸਰਕਾਰ ਤੋਂ ਕਿਸਾਨ ਸੰਤੁਸ਼ਟ ਨਹੀਂ? ਦੇਖੋ, ਅਸੀਂ ਨਵੀਂ ਬਣੀ ਸਰਕਾਰ ਨੂੰ ਮੁਬਾਰਕਾਂ ਦਿੱਤੀਆਂ, ਮੁਬਾਰਕਾਂ ਦੇ ਰਹੇ ਹਾਂ ਵੀ ਲੋਕਾਂ ਨੇ ਬੜੇ ਵੱਡੇ ਚਾਅ ਦੇ ਨਾਲ ਆਪ ਸਰਕਾਰ ਲੈ ਕੇ ਆਂਦੀ, 92 ਸੀਟਾਂ ਜਿਤਾਈਆਂ। ਉਹ ਜਿੰਨੀ ਵੱਡੀ ਬਹੁਮਤ ਦੇ ਨਾਲ ਲੋਕਾਂ ਨੇ ਜਿਤਾਇਆ, ਉਨੀਆਂ ਵੱਡੀਆਂ ਲੋਕਾਂ ਦੇ ਮਨਾਂ ਵਿੱਚ ਆਸਾਂ ਨੇ। ਤੇ ਉਹ ਇੱਕ ਅਪੀਲ ਕਰਦੇ ਆ, ਆਸ ਕਰਦੇ ਆ ਕਿ ਸਰਕਾਰ ਉਹਨਾਂ ਦੀਆਂ ਆਸਾਂ ਤੇ ਪੂਰਾ ਉਤਰੇ, ਲੇਕਿਨ ਸਰਕਾਰ ਉਤਰ ਨਹੀਂ ਰਹੀ। ਸਰਕਾਰ ਰਵਾਇਤੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਦੇ ਰਾਹਾਂ ਤੇ ਚੱਲਣ ਦਾ ਯਤਨ ਕਰ ਰਹੀ ਹੈ। ਫਿਰ ਜਿਵੇਂ ਕਿ ਆ ਮੀਟਰਾਂ ਦੀ ਗੱਲ ਲੈ ਲਓ, ਗ੍ਰਿਫਤਾਰੀਆਂ ਦਾ ਲੈ ਲਓ, ਸਰਕਾਰ ਨੇ ਉਹੀ ਕੰਮ ਫਿਰ ਕਰਨੇ ਸ਼ੁਰੂ ਕਰਤੇ। ਕਾਰਪੋਰੇਟ ਘਰਾਣਿਆਂ ਦੇ, ਜਿਵੇਂ ਆਪਾਂ ਕਹਿੰਦੇ ਆ ਕਿ ਉਹਨਾਂ ਦੇ ਫੰਡਿੰਗ ਨਾਲ ਸਰਕਾਰਾਂ ਚੱਲਦੀਆਂ ਨੇ। ਕਿਸਾਨ ਮਜ਼ਦੂਰ ਨੂੰ ਉਹ ਫਾਹੇ ਰਹਿੰਦੇ ਨੇ, ਪਹਿਲੇ ਵਾਲੇ ਕਹਿੰਦੇ ਨੇ ਵੋਟਾਂ ਲੈ ਕੇ ਤੁਰਦੇ ਬਣੇ ਸੂਲੀ ਜਿੰਦ ਕਾਮਿਆਂ ਦੀ ਟੰਗੀ। ਉਹੀ ਕੰਮ ਆਉਂਦਾ ਹਰ ਸਰਕਾਰ ਦਾ। ਇਹ ਵੀ ਉਹਨਾਂ ਰਾਹਾਂ ਤੇ ਚੱਲਣ ਲੱਗ ਪਏ, ਔਖੇ ਹੋਣਗੇ। ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਜਾਂਦੇ ਆ ਤੇ ਹਰਪਾਲ ਚੀਮਾ ਆਖਦੇ ਨੇ ਕਿ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਉੱਤੇ ਰੋਕ ਲੱਗੇਗੀ। ਇਸ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ ਬੂਟਾ ਸਿੰਘ ਸ਼ਾਦੀਪੁਰ ਜੀ? ਇੱਕ ਪਾਸੇ ਤਾਂ ਸਰਕਾਰ ਗ੍ਰਿਫਤਾਰੀਆਂ ਦੇ ਵਾਰੰਟ ਕੱਢਦੀ ਆ ਤੇ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਇਹ ਬਿਆਨ ਆ ਜਾਂਦਾ। ਇਹ ਬਿਆਨ ਵੀ ਉਸ ਟਾਈਮ ਆਇਆ ਜੀ ਜਦੋਂ ਸਾਨੂੰ ਵੀ ਖਬਰ ਮਿਲੀ ਏ ਤੇ ਅਸੀਂ ਆਪਸੀ ਤਾਲਮੇਲ ਕਰਕੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਤੇ ਜਦੋਂ ਇਹਦੀ ਕੋਸ਼ਿਸ਼ ਕੀਤੀ ਘੋਗਣ ਦੀ ਵੀ ਇਹ ਕੀ ਕੁਝ ਹੋ ਰਿਹਾ, ਬਿਲਕੁਲ ਕਲੀਅਰ ਹੋ ਗਿਆ ਕਿ 2 ਕਿਸਾਨ ਮੋਗਾ ਸਾਈਡ, ਫਿਰੋਜ਼ਪੁਰ ਸਾਈਡ ਤੋਂ ਅਰੈਸਟ ਕਰ ਲਏ ਸਰਕਾਰ ਨੇ। ਫਿਰ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਲੈ ਕੇ ਜਾਂ ਕੁਝ ਕਰਜ਼ਾ ਭਰਾ ਕੇ ਉਹਨਾਂ ਨੂੰ ਛੱਡਿਆ। ਭੜਕ ਗਏ ਕਿਸਾਨ ਜਥੇਬੰਦੀਆਂ, ਉਹਦੇ ਉੱਤੋਂ ਕਿਸਾਨ ਭੜਕ ਗਏ ਸਾਰੇ ਵੀ ਇਹ ਕੀ ਹੋ ਕੀ ਰਿਹਾ। ਸਰਕਾਰ ਤਾਂ ਵਾਅਦੇ ਕਰਦੀ ਹੈ ਕਿ ਕਰਜ਼ੇ ਮਾਫੀਆਂ ਦੇ ਵੀ ਵਾਅਦੇ ਕਰਦੇ ਨੇ। ਇਹਨਾਂ ਨੇ ਅਨੁਸਾਰ ਹੋਰ ਕੋਈ ਕੰਮ ਨਹੀਂ ਕੀਤਾ ਵੀ ਜਿਹੜਾ ਲੋਕਾਂ ਦੇ ਭਲੇ ਦਾ ਕਰਨਾ ਸੀ, ਲੋਕਾਂ ਦੇ ਆਸਾਂ ਤੇ ਪੂਰਾ ਉਤਰਨਾ ਸੀ। ਸਭ ਤੋਂ ਪਹਿਲਾ ਪੰਗਾ ਹੀ ਇਹਨਾਂ ਨੇ ਕਿਸਾਨਾਂ ਨੂੰ ਅਰੈਸਟ ਕਰਨ ਦਾ ਖੜਾ ਕਰਤਾ। ਜਦੋਂ ਵਿਰੋਧ ਉੱਠਿਆ, ਚੈਨਲਾਂ ਦੇ ਉੱਤੇ ਖਬਰਾਂ ਚੱਲੀਆਂ, ਖਬਰਾਂ ਲੱਗੀਆਂ ਤੇ ਫਿਰ ਹਰਪਾਲ ਚੀਮਾ ਜੀ ਜਿਹੜੇ ਨੇ ਉਹ ਫਿਰ ਆਏ ਟੀਵੀ ਤੇ ਆਣ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਹ ਪੁਰਾਣੀ ਸਰਕਾਰ ਦਾ, ਵੇਖੋ ਮੈਨੂੰ ਸਮਝ ਨਹੀਂ ਲੱਗਦੀ, ਸਰਕਾਰ ਮਹੀਨਾ ਹੋ ਗਿਆ ਇਹਨਾਂ ਦੀ ਬਣੀ ਨੂੰ ਤੇ ਪੁਰਾਣੀ ਸਰਕਾਰ ਦੇ ਫੈਸਲੇ ਅਫਸਰ ਚੱਕ ਰਹੇ ਨੇ। ਫਿਰ ਇਹ ਕਾਹਦੀ ਸਰਕਾਰ ਆ? ਇਹ ਸਰਕਾਰੇ ਦਾ ਮਤਲਬ ਇਹ ਪਿਛਲੀ ਕਾਂਗਰਸ ਵਾਲੀ ਉਹ ਚੱਲ ਰਹੀ ਹੈ। ਲੱਗਦਾ ਕਿ ਕਿਤੇ ਨਾ ਕਿਤੇ ਫਿਰ ਬਿਊਰੋਕ੍ਰੇਸੀ ਜਿਹੜੀ ਹੈ ਸਰਕਾਰ ਤੇ ਹਾਵੀ ਹੋ ਰਹੀ ਹੈ। ਐਂ ਲੱਗ ਰਿਹਾ ਜੀ। ਵੇਖੋ, ਜੇ ਮੈਂ ਹਰਪਾਲ ਚੀਮਾ ਜੀ ਦੇ ਬਿਆਨ ਦੀ ਗੱਲ ਕਰਦਾ ਵੀ ਉਹ ਕਹਿ ਰਿਹਾ ਕਿ ਪੁਰਾਣੀ ਸਰਕਾਰ ਜਿਹੜੀ ਸੀ ਪਹਿਲੀ, ਉਹਨਾਂ ਨੇ ਵਾਰੰਟ ਤਿਆਰ ਕੀਤੇ ਸੀ ਤੇ ਉਹ ਵਾਰੰਟ ਜਿਹੜੇ ਨੂੰ ਅਫਸਰਾਂ ਨੇ ਚੁੱਕ ਕੇ ਤੇ ਅਰੈਸਟ ਕਰਨੇ ਸ਼ੁਰੂ ਕਰਤੇ। ਫਿਰ ਇਹ ਸਰਕਾਰ ਤੇ ਨਾ ਹੋਈ, ਸਰਕਾਰ ਤੇ ਪੁਰਾਣੀ ਕਾਂਗਰਸ ਵਾਲੀ ਚੱਲ ਰਹੀ ਹੈ ਅਜੇ ਤੱਕ। ਇਹਨਾਂ ਦੀ ਕਦੋਂ ਆਉਣੀ ਹੈ? ਇਹਨਾਂ ਦੀ ਸਰਕਾਰ ਕਿੱਦਣ ਸ਼ੁਰੂ ਕਰੂਗੀ ਆਪਣੇ ਕੰਮ ਕਰਨੇ? ਜੇਕਰ ਇਹਨਾਂ ਦੇ ਬਿਆਨ ਨੂੰ ਆਪਾਂ ਲੈ ਲਈਏ ਵੀ ਹੁਣ ਅਸੀਂ ਚੀਮਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਹਾਂ, ਚੀਮਾ ਸਾਹਿਬ ਤੁਸੀਂ ਉਦੋਂ ਆ ਕੇ ਗੱਲ ਕਹੀ, ਪਰ ਮੇਰੇ ਖਿਆਲ ਦੇ ਮੁਤਾਬਕ ਸਰਕਾਰੀ ਤੌਰ ਦੇ ਉੱਤੇ ਜੇ ਕੋਈ ਚਿੱਠੀ ਏ ਉਹ ਮੇਰੇ ਕੋਲ ਜੇ ਸ਼ਾਇਦ ਨਹੀਂ ਨਿਕਲੀ ਕੋਈ ਵੀ ਇਹ ਗ੍ਰਿਫਤਾਰੀਆਂ ਰੋਕੀਆਂ ਜਾਣੀਆਂ, ਕੇਵਲ ਬਿਆਨ ਹੀ ਆਇਆ ਜੀ। ਮਤਲਬ ਬਿਆਨ ਆਇਆ, ਗ੍ਰਿਫਤਾਰੀਆਂ ਨਹੀਂ ਰੁਕੀਆਂ ਤੇ ਜਿਹੜਾ ਵਾਰੰਟ ਜਾਰੀ ਕੀਤਾ ਗਿਆ ਸੀ ਕਿਸਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ, ਉਹ ਪਿਛਲੀ ਸਰਕਾਰ ਦੇ ਹੀ ਹੁਕਮਾਂ ਨੂੰ ਚੱਕ ਲਿਆ ਗਿਆ, ਜਿਸ ਤੋਂ ਜਿਵੇਂ ਤੁਸੀਂ ਦੱਸਿਆ ਕਿ ਹਰਪਾਲ ਚੀਮਾ ਨੇ ਖੁਦੇ ਮੰਨ ਲਈ ਗਈ ਗੱਲ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਨਹੀਂ ਕੀਤੇ ਗਏ। ਉਹ ਵੀ ਹੱਸੋ ਇਹਨਾਂ ਗੱਲ ਹੈ ਜੀ। ਵੇਖੋ, ਇੱਕ ਵਿੱਤ ਮੰਤਰੀ ਹੈ ਸਰਕਾਰ ਦਾ ਔਰ ਸੀਨੀਅਰ ਆਗੂ ਹੈ, ਉਹ ਇਹ ਗੱਲ ਕਹਿ ਰਿਹਾ ਕਿ ਪੁਰਾਣੀ ਸਰਕਾਰ ਦੇ ਵਾਰੰਟ ਕੱਟੇ ਹੋਏ ਜੀ, ਉਹੀ ਉਹਨਾਂ ਨੇ ਚੱਕ ਲਿਆ। ਫਿਰ ਉਹਨਾਂ ਅਫਸਰਾਂ ਨੂੰ ਪੁੱਛੋ ਤੁਸੀਂ,
ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੁੱਛਿਆ, ਕਿਉਂ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਮੌਕੇ ਦੇ ਉੱਤੇ ਹੀ ਵੀ ਤੁਸੀਂ ਚਲੋ ਘਰ ਨੂੰ? ਤੁਸੀਂ ਤਾਂ ਪੁਰਾਣੀ ਸਰਕਾਰ ਦੀਆਂ ਗੱਲਾਂ ਜੇ ਕਰ ਰਹੇ ਹੋ, ਪੁਰਾਣੀ ਸਰਕਾਰ ਦੇ ਫੈਸਲੇ ਜਿਹੜੇ ਤੁਸੀਂ ਲਾਗੂ ਕਰ ਰਹੇ ਹੋ, ਇਹਨਾਂ ਨੂੰ ਫਿਰ ਇਹਨਾਂ ਦਾ ਕਿਵੇਂ ਸਰਕਾਰ ਚੱਲੂਗੀ? ਮੁਸ਼ਕਿਲ ਆ। ਇਸ ਕਰਕੇ ਇਹਨਾਂ ਨੂੰ ਤੁਰੰਤ ਜਿਹੜੇ ਲੋਕਾਂ ਦੇ ਭਲੇ ਦੇ ਕੰਮ ਨੇ ਉਹ ਕਰਨੇ ਚਾਹੀਦੇ ਆ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਕਰਨੇ ਚਾਹੀਦੇ ਆ। ਜਦੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ ਨਾ ਨਹੀਂ, ਤੇ ਫਿਰ ਜੇ ਕੋਈ ਇੱਕਾ ਦੁੱਕਾ ਵਿੱਚ ਇਦਾਂ ਦੀ ਗੱਲ ਆ ਜਾਂਦੀ ਹੈ ਨਾ, ਲੋਕ ਉਹਨੂੰ ਮੰਨ ਜਾਂਦੇ ਨੇ ਕਿ ਅਫਸਰਸ਼ਾਹੀ ਨੇ ਕੀਤਾ ਹੋਊਗਾ। ਫਿਰ ਲੋਕ ਮੰਨ ਸਕਦੇ ਨੇ ਕਿ ਸ਼ਾਇਦ ਕੋਈ ਅਫਸਰਸ਼ਾਹੀ ਕਿਤੇ ਧੱਕਾ ਕਰਨ ਚਲੀ ਗਈ ਹੋਊਗੀ। ਜਦੋਂ ਇਹਨਾਂ ਨੂੰ ਕੋਈ ਕੰਮ ਜੇ ਹੋਇਆ ਹੀ ਨਹੀਂ, ਤੇ ਪਹਿਲਾ ਕੰਮ ਕਿਸਾਨਾਂ ਨੂੰ ਫੜਨ ਦਾ ਸ਼ੁਰੂ ਕਰਤਾ, ਜਿਹੜਾ ਬਰਨਾਲਾ ਸਰਕਾਰ ਦੇ ਵੇਲੇ 67 ਧਾਰਾ ਜਿਹੜੀ ਸੀ ਉਹ ਖਤਮ ਕਰ ਦਿੱਤੀ ਗਈ ਸੀ ਕਿ ਹੱਥਕੜੀ ਨਹੀਂ ਕਿਸੇ ਕਿਸਾਨ ਨੂੰ ਲੱਗ ਸਕਦੀ, ਕਿਸੇ ਦੇ ਵਾਰੰਟ ਨਹੀਂ ਬਣ ਸਕਦੇ, ਕਿਸੇ ਦੀ ਕੁਰਕੀ ਨਹੀਂ ਹੋ ਸਕਦੀ। ਔਰ ਇਸ ਸਰਕਾਰ ਨੇ ਪਤਾ ਨਹੀਂ ਕਿਹੜੇ ਫਾਰਮੂਲੇ ਦੇ ਤਹਿਤ ਇਹ ਕੰਮ ਕਰਨਾ ਸ਼ੁਰੂ ਕਰਤਾ। ਇਹ ਮੰਦਭਾਗਾ, ਬਿਲਕੁਲ ਕਰੜੇ ਸ਼ਬਦਾਂ 'ਚ ਦੀ ਨਿੰਦਾ ਕਰਦੇ ਆ। ਜਦੋਂ ਵਿਰੋਧ ਉੱਠਿਆ ਫਿਰ ਹਰਪਾਲ ਚੀਮਾ ਜੀ ਅੱਗੇ ਆਏ ਨੇ, ਪਰ ਮੇਰਾ ਖਿਆਲ ਹੈ ਸਰਕਾਰੀ ਚਿੱਠੀ ਅਜੇ ਤੱਕ ਸ਼ਾਇਦ ਨਹੀਂ ਨਿਕਲੀ। ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਬਾਰ-ਬਾਰ ਐਮਐਸਪੀ ਨੂੰ ਲੈ ਕੇ ਕਮੇਟੀ ਗਠਿਤ ਕਰਨ ਬਾਰੇ ਗੱਲ ਕਰਦੇ ਹਾਂ, ਤੇ ਕਿਸਾਨ ਆਗੂਆਂ ਨੂੰ ਗੱਲ ਕਹੀ ਹੈ ਕਿ ਸਾਨੂੰ ਕਮੇਟੀ ਦੇ ਮੈਂਬਰਾਂ ਦੇ ਨਾਂ ਭੇਜੋ। ਬਾਰ-ਬਾਰ ਪਰ ਕਿਸਾਨ ਆਗੂ ਇਸ ਦੇ ਉੱਤੇ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦੇ ਰਹੇ ਤੇ ਨਾ ਹੀ ਮੈਂਬਰਾਂ ਦੇ ਨਾਂ ਦੇ ਰਹੇ ਆ। ਤੇ ਫਿਰ ਇਹ ਐਮਐਸਪੀ ਦੇ ਉੱਤੇ ਜਿਹੜਾ ਵਿਵਾਦ ਐਡਾ ਵੱਡਾ ਸੰਘਰਸ਼ ਹੋਇਆ ਕੇਂਦਰ ਦੇ ਖਿਲਾਫ, ਪਰ ਉਹ ਕਿੱਦਾਂ ਹੱਲ ਹੋਏਗਾ ਜੇ ਤੁਸੀਂ ਨਾਂ ਹੀ ਨਹੀਂ ਭੇਜਣੇ ਕਿਸਾਨ ਆਗੂਆਂ ਨੇ, ਤੇ ਇੱਕ ਵੱਡੇ ਵਿਵਾਦ ਜਿਹੜੇ ਆ ਉਹ ਜੁੜੇ ਹੋਏ ਆ? ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ? ਨਹੀਂ, ਕੋਈ ਗੱਲ ਨਹੀਂ, ਉਹ ਪ੍ਰਕਿਰਿਆ ਚੱਲ ਰਹੀ ਹੈ ਜੀ। ਜਿਹੜੇ ਸਾਡੇ ਆਗੂ ਨੇ, ਹੁਣ ਮੇਨ ਆਗੂ ਜਿਨ੍ਹਾਂ ਨੂੰ ਉੱਥੇ ਵੀ ਅਸੀਂ ਆਗੂ ਹੀ ਰੱਖਿਆ ਲਾ ਕੇ, ਉਹ ਪ੍ਰਕਿਰਿਆ ਚੱਲ ਰਹੀ ਹੈ। ਜਿਹੜੇ ਵੀ ਮੈਂਬਰ ਉਹਨਾਂ ਨੇ ਦੇਣੇ ਨੇ, ਉਦੋਂ ਵੀ ਸਾਡੀਆਂ 2 ਵਾਰ ਉੱਥੇ ਮੀਟਿੰਗਾਂ ਹੋਈਆਂ ਨੇ, ਨਾ ਵਿਚਾਰੇ ਗਏ ਸੀ, ਲੇਕਿਨ ਫਾਈਨਲ ਨਹੀਂ ਸੀ ਹੋ ਸਕੇ। ਦਿੱਲੀ ਜਦੋਂ ਆਉਣਾ ਸੀ, ਜਦੋਂ ਸਰਕਾਰ ਨੇ ਰਿਟਰਨ ਭੇਜੀ ਹੈ ਸਾਨੂੰ ਵੀ ਇਹ ਤੁਹਾਡੀਆਂ ਮੰਗਾਂ ਮੰਨ ਲਈਆਂ, ਤੁਸੀਂ ਸਾਨੂੰ ਕਮੇਟੀ ਦੇ ਨਾਂ ਭੇਜੋ, ਉਹ ਚੱਲ ਰਹੀ ਹੈ ਪ੍ਰਕਿਰਿਆ, ਹੋ ਜਾਊਗਾ, ਕੋਈ ਗੱਲ ਨਹੀਂ। ਪਰ ਸਰਕਾਰ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਜੇ ਸਰਕਾਰ ਐਮਐਸਪੀ ਦੇਣੀ ਚਾਹੁੰਦੀ ਹੈ। ਜਦੋਂ ਐਡਾ ਵੱਡਾ ਅੰਦੋਲਨ ਹੋਇਆ, ਸਰਕਾਰ ਮੰਨ ਗਈ ਕਿ ਐਮਐਸਪੀ ਅਸੀਂ ਦੇਵਾਂਗੇ, ਤੇ ਐਮਐਸਪੀ ਤੇ ਸਰਕਾਰ ਨੂੰ ਕੋਈ ਫੈਸਲਾ ਕਰ ਲੈਣਾ ਚਾਹੀਦਾ ਤੁਰੰਤ। ਜੇਕਰ ਇਧਰੋਂ ਲੇਟ ਵੀ ਜਾ ਰਹੇ ਨੇ ਤੇ ਲੋਕ ਕਹਿਣਗੇ ਸਰਕਾਰ ਨੇ ਚੰਗਾ ਕੀਤਾ। ਜਿੱਦਣ ਕਾਨੂੰਨਾਂ ਦੇ ਉੱਤੇ ਸਰਕਾਰ ਨੇ ਵਾਪਸੀ ਦਾ ਕੀਤਾ ਐਲਾਨ, ਉਸ ਦਿਨ ਕਿਹੜਾ ਕੋਈ ਕਮੇਟੀ ਗਈ ਹੈ? ਜੇ ਸਰਕਾਰ ਕਰਨਾ ਚਾਹੇ ਕੋਈ ਵੱਡੀ ਗੱਲ ਹੀ ਕੋਈ ਨਹੀਂ, ਕੋਈ ਵੀ ਕਹਿੰਦੇ ਵੀ ਅਸੀਂ ਐਮਐਸਪੀ ਜਿਹੜੀ ਹੈ ਇੰਨੀਆਂ ਫਸਲਾਂ ਦੇ ਉੱਤੇ ਜਿੰਨੀਆਂ ਤੇ ਜਥੇਬੰਦੀਆਂ ਵੱਲੋਂ ਮੰਗਿਆ ਡਿਮਾਂਡ ਹੈ, ਜਿਹੜੀ ਅਸੀਂ ਐਮਐਸਪੀ ਇਹਨਾਂ ਨੂੰ ਦਿੱਤੀ, ਤੇ ਆ ਤਿਆਰੀ ਇਹ ਦੱਸੋ ਜਾ ਕੇ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਕਿਵੇਂ ਹੋਣਾ ਚਾਹੀਦਾ। ਜ਼ਰੂਰੀ ਵੀ ਨਹੀਂ ਵੀ ਕਮੇਟੀ ਜਾਵੇ, ਜੇ ਸਰਕਾਰ ਕਰਨਾ ਚਾਹੇ ਸਰਕਾਰ ਕੋਲ ਸਾਰਾ ਕੁਝ ਹੈ, ਪਰ ਪ੍ਰਕਿਰਿਆ ਚੱਲ ਰਹੀ ਉਹ 'ਚ ਸਾਡੇ ਆਗੂ ਜਿਹੜੇ ਨੇ ਉਹ ਲੱਗੇ ਨੇ, ਨਾ ਦੇ ਦੇਣਗੇ ਜਲਦੀ। ਮਤਭੇਦ ਦੀ ਗੱਲ ਕਰਦੇ ਹਾਂ, ਮਤਭੇਦ ਕੀ ਮੰਨਦੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਹੈਗੇ ਤੇ ਤਾਂ ਹੀ ਐਸਕੇਐਮ ਵੱਖ ਹੋ ਗਿਆ ਤੇ ਤੁਹਾਡੀ ਜਿਹੜੀਆਂ ਪੰਜਾਬ ਦੇ ਜਥੇਬੰਦੀਆਂ ਉਹ ਵੱਖ ਹੋ ਗਈਆਂ? ਨਹੀਂ ਜੀ, ਨਹੀਂ, ਕੋਈ ਵੱਖ ਨਹੀਂ, ਸਾਰੇ ਇਕੱਠੇ ਹੀ ਨੇ। ਆ ਇਲੈਕਸ਼ਨ ਕਰਕੇ ਥੋੜਾ ਜਿਹਾ ਹੋਇਆ ਸੀ, ਉਹਦੇ ਵਿੱਚ ਹੁਣ 16 ਜਥੇਬੰਦੀਆਂ ਜਿਹੜੀਆਂ ਨੇ ਉਹ ਐਸਕੇਐਮ ਦੇ ਨਾਲ ਹੀ ਆ ਗਈਆਂ ਨੇ। ਇਹ ਕੋਈ ਚੱਕਰ ਨਹੀਂ ਹੈਗਾ, ਐਸਐਸਐਮ ਦੇ ਕਾਰਨ ਕੁਝ ਹੋਇਆ। ਤੇ ਜਿਹੜਾ ਵਿਵਾਦ ਦੀ ਗੱਲ ਹੈ, ਇਹ ਤਾਂ ਹਰ ਪਰਿਵਾਰ 'ਚ ਹੋ ਜਾਂਦਾ। ਇਹ ਵੀ ਇੱਕ ਸਾਡਾ ਪਰਿਵਾਰ ਹੈ, ਐਸਕੇਐਮ ਹੈ ਨਾ ਜਿਹੜਾ, ਇਹ ਸਾਡਾ ਇੱਕ ਪਰਿਵਾਰ ਹੈ, ਦੇਸ਼ ਵਿਆਪੀ ਪਰਿਵਾਰ ਇਕੱਠਾ ਹੋਇਆ। ਤੇ ਪਰਿਵਾਰਾਂ ਦੇ ਵਿੱਚ ਮਾੜੇ ਮੋਟੇ ਤਾਂ ਇੱਧਰ ਉੱਧਰ ਛੋਟੇ ਮੋਟੇ ਹੁੰਦੀ ਰਹਿੰਦੀ ਹਿਲਜੁਲ, ਐਸੀ ਕੋਈ ਗੱਲ ਨਹੀਂ ਹੈ। ਇਹ ਉਸੇ ਤਰ੍ਹਾਂ ਹੀ ਤੁਹਾਨੂੰ ਬਿਲਕੁਲ ਚੰਦ ਦੇਣਾ ਅੰਦਰ ਉਸੇ ਤਰ੍ਹਾਂ ਇੱਕ ਮੁੱਠ ਜਾਪੂਗਾ। ਜੇ ਕੋਈ ਅਸੀਂ ਸਾਰੀਆਂ ਜਿਹੜੀਆਂ ਬਾਹਰ ਜਥੇਬੰਦੀਆਂ ਰਹਿ ਗਈਆਂ ਨੇ ਐਸਕੇਐਮ ਦੇ ਵਿੱਚੋਂ, ਅਸੀਂ ਉਹਨਾਂ ਨੂੰ ਵੀ ਅਪੀਲ ਤੁਹਾਡੇ ਚੈਨਲਾਂ ਦੇ ਜ਼ਰੀਏ ਕਰਦੇ ਹਾਂ ਵੀ ਆਪਾਂ ਨੂੰ ਕਿਸਾਨ ਮਜ਼ਦੂਰ ਦੀ, ਆਪਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਹਾਂ। ਉਹਦੇ ਕਰਕੇ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਖਤਮ ਕਰਕੇ ਐਸਕੇਐਮ ਦੇ ਝੰਡੇ ਥੱਲੇ ਸਾਰਿਆਂ ਨੂੰ ਫਿਰ ਇਕੱਠਿਆਂ ਹੋਣਾ ਚਾਹੀਦਾ। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੀਆਂ ਨੇ, ਲੰਬੀ ਮੀਟਿੰਗ ਹੁੰਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਨੇ ਡੱਲੇਵਾਲ, ਉਹਨਾਂ ਵੱਲੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਕੁਝ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ ਨੇ ਤੇ ਸਰਕਾਰ ਨੇ ਭਰੋਸਾ ਦਿੱਤਾ ਕਿ ਜਲਦ ਪ੍ਰਵਾਨ ਹੋਣਗੀਆਂ। ਤੇ ਨਾਲ ਦੀ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਆਗੂ ਜਿਹੜੇ ਬਲਵੀਰ ਸਿੰਘ ਰਾਜੇਵਾਲ ਨੇ ਉਸ ਮੀਟਿੰਗ 'ਚ ਬੁਲਾਏ ਨਹੀਂ ਜਾਂਦੇ। ਜੋਗਿੰਦਰ ਸਿੰਘ ਗਰਾਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਵਫਦ ਹੈ ਸਰਕਾਰ ਨਾਲ ਮੀਟਿੰਗ ਕਰਦਾ ਹੈ। ਕਿਸ ਤਰ੍ਹਾਂ ਵੇਖਦੇ ਹੋ ਕਿ ਰਾਜੇਵਾਲ ਨੂੰ ਹੁਣ ਵੱਖ ਕਰਕੇ ਕਿਸਾਨ ਜਿਹੜੇ ਆ ਚੱਲਣਗੇ? ਜਥੇਬੰਦੀਆਂ ਤੇ ਗੁਰਾਹਾਂ ਧੜਾ ਤਾਂ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਵੱਖਰੀ ਸੁਰ ਦੇ ਵਿੱਚ ਬੋਲਦਾ। ਨਹੀਂ, ਉਹ ਗੁਰਾਹਾਂ ਤਾਂ ਵੈਸੇ ਵੇਖੋ ਸ਼ੁਰੂ ਤੋਂ ਲੈ ਕੇ ਉਹਨਾਂ ਦਾ ਆਪਣਾ ਅਲੱਗ ਸਿਸਟਮ ਹੁੰਦਾ, ਉਹ ਤਾਲਮੇਲ 'ਚ ਨੇ, ਉਹ ਨਾਲ ਨਹੀਂ ਜੁੜਦੇ, ਉਹਨਾਂ ਦਾ ਆਪਣਾ ਸਿਸਟਮ ਆ। ਤੇ ਰਾਜੇਵਾਲ ਸਾਹਿਬ ਐਸਐਸਐਮ ਨੂੰ ਜੇ ਖਤਮ ਕਰ ਦਿੰਦੇ ਨੇ ਤੇ ਜਥੇਬੰਦੀਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ, ਨਾ ਮੇਰਾ ਖਿਆਲ ਹੋਊਗਾ। ਉਹ ਨਾਲ ਲੈ ਕੇ ਚੱਲਣਗੇ, ਐਸਕੇਐਮ ਦੇ ਵਿੱਚ ਚੱਲਣਗੇ। ਉਹਨਾਂ ਐਸਐਸਐਮ ਨੂੰ ਭੰਗ ਨਹੀਂ ਕੀਤਾ, ਇਸੇ ਕਰਕੇ ਬੁਲਾਇਆ ਨਹੀਂ ਗਿਆ। ਜਿੱਦਣ ਐਸਐਸਐਮ ਨੂੰ ਭੰਗ ਕਰ ਦੇਣ ਤੇ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਵੀ ਕਰਾਂਗੇ ਕਿ ਐਸਐਸਐਮ ਨੂੰ ਭੰਗ ਕਰਕੇ ਐਸਕੇਐਮ ਦੇ ਝੰਡੇ ਹੇਠ ਹੀ ਸਾਰਿਆਂ ਨੂੰ ਦੁਬਾਰੇ ਫਿਰ ਇਕੱਠਿਆਂ ਹੋ ਕੇ ਤੇ ਪੰਜਾਬ ਦੀ ਤੇ ਦੇਸ਼ ਦੀ ਲੜਾਈ ਜਿਹੜੀ ਉਹ ਲੜਨੀ ਚਾਹੀਦੀ ਹੈ। ਸਰਕਾਰ ਨੂੰ ਕਿਸ ਤਰ੍ਹਾਂ ਘੇਰੋਗੇ? ਕਿਉਂਕਿ ਵੱਖ-ਵੱਖ ਮੁੱਦੇ ਜਿਹੜੇ ਨੇ ਅਜੇ ਵੀ ਉੱਥੇ ਖੜੇ ਨੇ ਤੇ ਸਰਕਾਰ ਕਹਿੰਦੀ ਹੈ ਸਾਨੂੰ ਸਮਾਂ ਦੇ ਦਿਓ, ਕਿਸਾਨ ਕਹਿੰਦੇ ਆ ਕਿ ਅਸੀਂ ਕਿਸਾਨ ਸੰਘਰਸ਼ ਕਰਨ ਲਈ ਮੁੜ ਤਿਆਰ ਹੋਏ ਹਾਂ। ਜੇ ਸਰਕਾਰ ਨੇ ਆਪਣੇ ਗ੍ਰਿਫਤਾਰੀਆਂ ਦੇ ਵਾਰੰਟ ਜੇ ਵਾਪਸ ਨਾ ਲਏ, ਨਾ ਜਿਹੜੇ ਗਲਤ ਫੈਸਲੇ ਜਿਹੜੇ ਆ ਕਿਸਾਨ ਹਿਤੈਸ਼ੀ ਨਹੀਂ ਹੋ ਰਹੇ, ਤੇ ਹੁਣ ਤੱਕ ਵੱਖ-ਵੱਖ ਸਰਕਾਰਾਂ ਕਹਿੰਦੀਆਂ ਕਿ ਕਾਂਗਰਸ ਵਾਲੇ ਕਹਿੰਦੇ ਅਸੀਂ ਹਿਤੈਸ਼ੀ ਹਾਂ, ਉਸ ਤੋਂ ਪਿਛਲੀ ਸਰਕਾਰ ਆਈ ਸੀ ਅਕਾਲੀ ਦਲ ਦੀ, ਉਹ ਕਹਿੰਦੇ ਅਸੀਂ ਹਿਤੈਸ਼ੀ ਹਾਂ। ਆਖਰ ਕਿਸਾਨਾਂ ਦਾ ਹਿਤੈਸ਼ੀ ਹੈ ਕੌਣ ਤੇ ਸਰਕਾਰ ਕਿਸਾਨ ਹਿਤੈਸ਼ੀ ਫੈਸਲੇ
ਕਿਹੜੇ ਕਰ ਸਕਦੀ ਹੈ? ਕੀ ਕਿਸਾਨ ਸੰਘਰਸ਼ ਹੀ ਕਰਾ ਰਹਿ ਗਿਆ? ਵੇਖੋ, ਇਹ ਹੋਣਾ ਨਹੀਂ ਚਾਹੀਦਾ। ਸਰਕਾਰਾਂ ਨੂੰ ਸੋਚਣਾ ਚਾਹੀਦਾ ਔਰ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਚੁਗਲ ਦੇ ਵਿੱਚੋਂ ਇਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ। ਇਹ ਤਾਂ ਹੀ ਕਿਸਾਨ ਮਜ਼ਦੂਰ ਦੇ ਫੈਸਲੇ ਹੱਕ ਵਿੱਚ ਤਾਂ ਹੋਣਗੇ ਜੇਕਰ ਕਾਰਪੋਰੇਟ ਘਰਾਣਿਆਂ ਦੇ ਚੁਗਲ ਦੇ ਵਿੱਚੋਂ ਸਰਕਾਰਾਂ ਬਾਹਰ ਨਿਕਲਣਗੀਆਂ। ਤੇ ਇਹ ਨਿਕਲ ਨਹੀਂ ਰਹੀਆਂ ਕਿਉਂਕਿ ਉਹਨਾਂ ਦੀ ਫੰਡਿੰਗ ਨਾਲ ਸਰਕਾਰਾਂ ਚੱਲਦੀਆਂ ਨੇ, ਉਹਨਾਂ ਦੀ ਫੰਡਿੰਗ ਨਾਲ ਸਰਕਾਰਾਂ ਇਲੈਕਸ਼ਨ ਕਰ ਲੜਦੀਆਂ ਨੇ। ਜਿਹੜਾ ਪਿੱਛੇ SSM ਨੇ ਫੈਸਲਾ ਕਰਿਆ ਸੀ ਉਹ ਇਹ ਸੀਗਾ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਸ਼ੁਰੂ ਹੋਈ। ਹੁਣ ਇਹਦੇ ਵਿੱਚ ਇੱਕੋ ਗੱਲ ਲੈ ਕੇ ਆਓ, ਲੋਕਾਂ ਕੋਲ ਗੱਲ ਕਰੀ ਵੀ ਇਹ ਇਲੈਕਸ਼ਨ ਜਿਹੜੀ ਅਸੀਂ ਇਸ ਤਰ੍ਹਾਂ ਕਰਾਉਣੇ ਚਾਹੁੰਦੇ ਆ ਕਿ ਬਿਲਕੁਲ ਖਰਚ ਨਾ ਹੋਵੇ। ਦਾਰੂ, ਸਿੱਕਾ, ਫੀਮ, ਭੁੱਕੀ, ਐਰਾ ਵਗੈਰਾ ਸਾਰਾ ਕੁਝ ਬੰਦ ਹੋਵੇ। ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾਣ। ਬੇਸ਼ੱਕ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਚੈਨਲਾਂ ਦੇ ਰਾਹੀਂ ਵੀ ਪ੍ਰਚਾਰ ਕੀਤਾ ਜਾਵੇ ਤੇ ਖਰਚਾ ਘੱਟ ਹੋਵੇ, ਤਾਂ ਦੇਸ਼ ਬਚੂਗਾ, ਤਾਂ ਪੰਜਾਬ ਬਚੂਗਾ, ਤਾਂ ਲੋਕ ਬਚਣਗੇ। ਲੋਕ ਪੱਖੀ ਫੈਸਲੇ ਤਾਂ ਹੋਣਗੇ। ਜਿਹਨੇ 5-10 ਕਰੋੜ ਰੁਪਈਆ ਇਲੈਕਸ਼ਨ ਤੇ ਲਾਣਾ ਹੈ ਉਹ ਕਿੱਥੋਂ ਸੋਚੇਗਾ ਵੀ ਮੈਂ ਘਰੋਂ ਲਾ ਕੇ ਬਾਅਦ ਦੇ ਵਿੱਚ ਮੈਂ ਕਿੱਥੋਂ ਕਮਾਵਾਂ ਨਾ। ਇਸ ਕਰਕੇ ਜਿੰਨਾ ਚਿਰ ਇਲੈਕਸ਼ਨਾਂ ਸਸਤੀਆਂ ਨਹੀਂ ਬਿਲਕੁਲ ਹੁੰਦੀਆਂ, ਇਹਨਾਂ ਤੋਂ ਬਗੈਰ ਨਹੀਂ ਹੁੰਦੀਆਂ, ਨਸ਼ੇ ਤੋਂ ਬਗੈਰ, ਪੈਸੇ ਤੋਂ ਬਗੈਰ, ਉਹਨਾਂ ਚਿਰ ਮੇਰੇ ਖਿਆਲ ਦੇ ਮੁਤਾਬਕ ਬਹੁਤ ਸੰਭਵ ਨਹੀਂ। ਕਿਉਂਕਿ ਤਾਂ ਹੀ ਇਹ ਫੰਡਿੰਗ ਲੈਂਦੀਆਂ ਨੇ ਪਾਰਟੀਆਂ, ਰਾਜਸੀ ਪਾਰਟੀਆਂ ਕਾਰਪੋਰੇਟ ਘਰਾਣਿਆਂ ਤੋਂ ਫੰਡਿੰਗ ਲੈਂਦੀਆਂ ਨੇ। ਉਸ ਫੰਡਿੰਗ ਦੇ ਸਾਰੇ ਸਰਕਾਰ ਬਣਾਉਂਦੇ ਨੇ, ਉਸ ਤੋਂ ਬਾਅਦ ਫਿਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਨੱਚਦੇ ਨੇ। ਤੇ ਕਿੱਥੋਂ ਕਿਸਾਨ ਤੇ ਮਜ਼ਦੂਰ ਦੀ ਕੋਈ ਸੁਣੂਗਾ? ਜਿੰਨਾ ਚਿਰ ਇਹ ਕੰਮ ਨਹੀਂ ਹੁੰਦਾ ਉਹਨਾਂ ਚਿਰ ਮੁਸ਼ਕਲ ਆ। ਅਸੀਂ ਹੁਣ ਪਿਛਲੀਆਂ ਸਰਕਾਰਾਂ, ਰਵਾਇਤੀ ਸਰਕਾਰਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਜਿਵੇਂ ਤੁਸੀਂ ਗੱਲ ਕਰੀਏ ਵੀ ਕੌਣ ਕਰੇਗਾ, ਹੁਣ ਇਹਦੇ ਤੇ ਲੋਕਾਂ ਨੂੰ ਆਸ ਆ। ਪਰ ਇਹਨਾਂ ਵੀ ਐਂ ਲੱਗਦਾ ਵੀ ਆਸਾਂ ਤੇ ਪਾਣੀ ਫੇਰਨ ਲੱਗੇ। ਜਿਨ੍ਹਾਂ ਨੇ ਆਉਂਦੇ ਹੀ ਇਹਨਾਂ ਨੇ ਕਿਸਾਨਾਂ ਨੂੰ ਪਹਿਲਾਂ ਜੂੜ ਪਾ ਲਿਆ ਵੀ ਅਰੈਸਟ ਕਰਨੇ ਸ਼ੁਰੂ ਕਰ ਦਿਓ, ਜਿਹਨਾਂ ਤੋਂ ਕਰਜ਼ਾ ਭਰਾਈਏ। ਦੂਜੇ ਬੰਨੇ ਆ ਮੀਟਰਾਂ ਦੀ ਗੱਲ ਆ ਰਹੀ ਹੈ। ਜਿੱਦਣ ਇਹ ਆਇਆ ਉਸੇ ਦਿਨ ਕਿਸਾਨ ਜਥੇਬੰਦੀਆਂ ਨੇ ਰੌਲਾ ਪਾਇਆ, ਤਾਂ ਹਰਪਾਲ ਚੀਮਾ ਜੀ ਆਏ ਸਾਹਮਣੇ। ਤੇ ਇੱਕ ਇਹਨਾਂ ਨੇ ਸ਼ੁਰੂ ਕਰ ਲਿਆ ਵੀ ਜੇ ਕੋਈ ਬਿਜਲੀ ਬਿੱਲ ਨਹੀਂ ਭਰਦਾ, ਜਿਹਦੇ ਕੰਨੀ ਬਕਾਇਆ ਖੜਿਆ, ਉਹਦੇ ਮੀਟਰ ਵੱਟ ਲਿਓ ਜੀ, ਚਿੱਪ ਵਾਲੇ ਮੀਟਰ ਲਾ ਦਿਓ। ਇਹੋ ਜਿਹੇ ਫੈਸਲੇ ਹੋ ਰਹੇ ਨੇ। ਚਲੋ ਠੀਕ ਹੈ, ਕੇਂਦਰ ਸਰਕਾਰ ਦਾ ਵੀ ਕਈ ਜਗ੍ਹਾ ਦਬਾਅ ਆ, ਚਿੱਪ ਵਾਲੇ ਮੀਟਰ ਲਾ ਲਓ। ਦੂਜਿਆਂ ਦੇ ਉੱਤੇ ਤਾਂ ਕੇਂਦਰ ਸਰਕਾਰ ਦਾ ਕੋਈ ਦਬਾਅ ਨਹੀਂ ਨਾ ਹੈਗਾ। ਅਸੀਂ ਇਸ ਕਰਕੇ ਇਹਦੇ ਤੇ ਵੀ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਇਹੋ ਜਿਹਾ ਕੰਮ ਬਿਲਕੁਲ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਜਿਹੜਾ ਲੋਕ ਵਿਰੋਧੀ ਹੋਵੇ, ਲੋਕ ਹਿੱਤ ਵਿੱਚ ਫੈਸਲੇ ਹੋਣਗੇ, ਇਹਨਾਂ ਦੀ ਸਿਫਤ ਕਰਾਂਗੇ। ਜੇ ਲੋਕ ਵਿਰੋਧੀ ਫੈਸਲੇ ਹੋਣਗੇ ਤੇ ਇਹਨਾਂ ਦੇ ਖਿਲਾਫ ਡਟ ਕੇ ਖੜਾਂਗੇ ਤੇ ਅੰਦੋਲਨ ਕਰਾਂਗੇ। ਮੇਰਾ ਆਖਰੀ ਸਵਾਲ ਹੈ ਜੀ, ਕਿਸਾਨੀ ਫਸਲ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਛਿੜਿਆ ਕਿ ਝਾੜ ਘੱਟ ਨਿਕਲਿਆ। ਕਿਸਾਨਾਂ ਦੀ ਮੰਗ ਵੀ ਹੈ ਕਿ ਸਰਕਾਰ ਇਸ ਨੂੰ ਜਿਹੜੀ ਇਹਦੀ ਭਰਪਾਈ ਆ ਉਹ ਕਰੇ। ਕਿਸ ਤਰ੍ਹਾਂ ਵੇਖਦੇ ਹੋ, ਕਿਸ ਤਰ੍ਹਾਂ ਦੇ ਮੁਆਵਜ਼ੇ ਦੀ ਮੰਗ ਕਰਦੇ ਹੋ? ਤੇ ਹੋਰ ਕਿਸਾਨ ਜਥੇਬੰਦੀਆਂ ਵੀ ਇਹ ਮੰਗ ਕਰ ਰਹੀਆਂ। ਸਾਡਾ ਤਾਂ ਫੈਸਲਾ ਸਾਰਿਆਂ ਦਾ ਵੀ ਘੱਟੋ ਘੱਟ 1000 ਰੁਪਈਆ ਸਰਕਾਰ ਕੁਇੰਟਲ ਪ੍ਰਤੀ ਕਿਸਾਨਾਂ ਨੂੰ ਦੇਵੇ, ਜਿਹਦੇ ਨਾਲ ਕਿਸਾਨ ਅਗਲੀ ਫਸਲ ਵਾਸਤੇ ਉਤਸ਼ਾਹਿਤ ਹੋ ਕੇ ਮਾੜਾ ਮੋਟਾ ਅੱਗੇ ਚੱਲੇ, ਅਗਲੀ ਫਸਲ ਨੂੰ ਤਿਆਰ ਕਰਨ ਵਾਸਤੇ ਉਹ ਜੂਝੇ ਉਹਦੇ ਨਾਲ ਜਾ ਕੇ। ਤੇ 1000 ਰੁਪਈਏ ਦੀ ਅਸੀਂ ਮੰਗ ਕਰਦੇ ਹਾਂ। ਦੂਜਾ, ਹੁਣ ਉਧਰੋਂ ਤਾਂ ਫਸਲ ਘੱਟ ਨਿਕਲੀ ਹੈ, ਉਧਰੋਂ ਲੋਡਿੰਗ ਦਾ ਐਡਾ ਮਾੜਾ ਹਾਲ ਹੈ ਮੰਡੀਆਂ ਦੇ ਅੰਦਰ, ਖਾਸ ਕਰਕੇ FCI ਵਾਲੇ ਜਿਹੜੇ ਕਦਮਾਂ 'ਚ ਲੱਗ ਰਿਹਾ। FCI ਦਾ ਐਡਾ ਮਾੜਾ ਹਾਲ ਹੈ ਸਿਸਟਮ। ਪਤਾ ਨਹੀਂ ਕੇਂਦਰ ਸਰਕਾਰ ਕਿਹੜੀ ਗੱਲ ਤੋਂ ਕਿਸਾਨਾਂ ਦੇ ਨਾਲ ਧੱਕਾ ਕਰਨਾ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਜਾਗ ਨਹੀਂ ਰਹੀ। ਅਸੀਂ ਤਾਂ ਕਹਿੰਦੇ ਪੰਜਾਬ ਸਰਕਾਰ ਨੂੰ ਜਾ ਕੇ ਬਹਿ ਜਾਣਾ ਚਾਹੀਦਾ ਦਿੱਲੀ ਉੱਤੇ, ਨਹੀਂ ਤਾਂ ਫਿਰ ਅਸੀਂ ਬੈਠਾਂਗੇ ਸੜਕਾਂ ਦੇ ਉੱਤੇ, ਨਹੀਂ ਤਾਂ ਫਿਰ ਸੜਕਾਂ ਤੇ ਬੈਠਾਂਗੇ ਨੇ ਅਸੀਂ। ਇਸ ਕਰਕੇ ਸਰਕਾਰ ਨੂੰ ਸਾਰਾ ਸਿਸਟਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ, ਜਿਹਦੇ ਨਾਲ ਲੋਕ ਜਿਹੜੇ ਨੇ ਉਹ ਇਹ ਗੱਲ ਕਹਿਣ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ। ਲੋਕ ਤਾਂ 1 ਮਹੀਨੇ ਦੇ ਅੰਦਰ ਹੀ ਲੱਗ ਪੈਣ ਕਹਿਣ ਵੀ ਸਰਕਾਰ ਇਹ ਵੀ ਪਹਿਲਾਂ ਵਰਗੀ ਹੋ ਗਈ, ਇਹ ਵੀ ਸਰਕਾਰ ਪਹਿਲਾਂ ਵਰਗੀ ਹੋ ਗਈ। ਇਸ ਕਰਕੇ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੀ ਹੈਲਪ ਹੈ ਜਿਹੜੀ ਉਹ ਕਰਨੀ ਚਾਹੀਦੀ, ਜਿੱਥੇ ਵੀ ਲੋੜ ਹੈ ਉੱਤੇ ਉਹਨਾਂ ਨੂੰ ਵੇਧੇਤ ਕਰਨੀ ਚਾਹੀਦੀ ਹੈ। ਤੇ ਪੰਜਾਬ ਸਰਕਾਰ ਨੂੰ ਲੋਕ ਪੱਖੀ ਫੈਸਲੇ ਜਿਹੜੇ ਨੇ ਉਹ ਲੈਣੇ ਪੈਣਗੇ, ਤਾਂ ਇਹ ਚੱਲੂਗੀ। ਨਹੀਂ ਤੇ ਮੇਰੇ ਖਿਆਲ ਦੇ ਮੁਤਾਬਕ ਇਹਦਾ ਵੀ ਹੋ ਸਕਦਾ ਅਧਵਾਟੀ ਕਿਤੇ ਦਮ ਨਾ ਟੁੱਟ ਜੇ। ਧੰਨਵਾਦ। ਇਹ ਸਨ ਬੂਟਾ ਸਿੰਘ ਸ਼ਾਦੀਪੁਰ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੇ ਸਰਕਾਰ ਨੇ ਲੋਕ ਹਿਤੈਸ਼ੀ ਫੈਸਲੇ ਜਾਂ ਕਿਸਾਨ ਹਿਤੈਸ਼ੀ ਫੈਸਲੇ ਨਾ ਕੀਤੇ ਤਾਂ ਇਸ ਸਰਕਾਰ ਦਾ ਭੋਗ ਵੀ ਜਲਦ ਪੈ ਸਕਦਾ ਹੈ, ਕਿਉਂਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਜਿਹੜੀ ਸਰਕਾਰ ਹੈ ਉਹ ਥੋੜ੍ਹਾ ਤੜਿੰਗ ਕਰ ਰਹੀ ਹੈ। ਇਸ ਕਰਕੇ ਗਲਤ ਫੈਸਲੇ ਕਰ ਰਹੀ ਹੈ, ਚਾਹੇ ਉਹ ਮੀਟਰਾਂ ਦਾ ਫੈਸਲਾ ਹੈ, ਚਾਹੇ ਉਹ ਗ੍ਰਿਫਤਾਰੀਆਂ ਦਾ ਫੈਸਲਾ ਹੈ। MSP ਨੂੰ ਲੈ ਕੇ ਤੇ ਹੋਰ ਮੰਗਾਂ ਨੂੰ ਲੈ ਕੇ ਵੀ ਉਹਨਾਂ ਨੇ ਇਹ ਮੰਗ ਉਠਾਈ ਹੈ ਕਿ ਇਸ ਦੇ ਫੈਸਲੇ ਜਿਹੜੇ ਆ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਪੰਜਾਬ ਸਰਕਾਰ ਹੈ, ਉਹਨਾਂ ਨੂੰ ਕਿਸਾਨ ਹੱਕ ਦੇ ਵਿੱਚ ਫੈਸਲੇ ਕਰਨੇ ਚਾਹੀਦੇ ਆ। ਤੇ ਜੇ ਨਹੀਂ ਕੀਤਾ ਜਾਂਦਾ ਤਾਂ ਕਿਸਾਨ ਅਗਲੇ ਸੰਘਰਸ਼ ਲਈ ਤਿਆਰ ਹੈ ਤੇ ਜਲਦ ਹੀ ਸਰਕਾਰਾਂ ਦਾ ਘਿਰਾਓ ਉਸੇ ਤਰ੍ਹਾਂ ਕੀਤਾ ਜਾਏਗਾ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕੀਤਾ ਜਾਂਦਾ ਰਿਹਾ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਲਸਾ TV, ਪਟਿਆਲਾ।